प्यारी साध संगत जी, अज आपां कुछ गुरु नानक साहिब दे उपदेश का विचार करना है। कलगीधर पातशाह ने भी जो उपदेश दिता उस बारे आपां थोड़ा थोड़ा टाइम जांदी इधर लाउणा। सतगुरु फरमान करते हैं, गऊ ब्राह्मण कौ कर लावो गोबर तर न जाई, धोती टिक्का तै जप माली धान मलेशा खाई, अंतर पूजा पढ़े कतेबा संजम तुरका भाई, छो डीले पाखंडा नाम लईया जाए तरंदा। सतगुरु एक नदी नूं पार करन वास्ते एक बेड़ी दे विच बैठे सी। बेड़ी दा मलाह जो सी वो एक ब्राह्मण सी। उहदे धोती बनी हुई सी, मत्थे तिरक लाया सी, ते गल दे विच जनेऊ पाया होया सी। सतगुरु उहदे वल वेख रहे सी। वो कुछ होर सवारियां दी उड़ीक दे विच सी। इतने नूं एक ब्राह्मण किसी ने गऊ दान दिती ते वो गऊ नूं लैके आ गया। आके उन्हें पूछा भी मैं पार लंघना। कहने लगा भी तेरे पैसे अलग ते गऊ के पैसे अलग। वो कहने लगा गऊ तो तेरा भी इष्ट है, मेरा भी इष्ट है, भी ये पैसे काहदे? कहने लगा नहीं नहीं मेरा बिजनेस है, ये मेरा बिजनेस है, मेरा कारोबार है। आखिरकार फैसला हो गया भी अद्धे पैसे तेरे अद्धे गऊ दे। उन्होंने फिर हौली हौली करके बेड़ी के उत्ते गऊ नूं चढ़ा लिया। बेड़ी तुर पई। सतगुरु बैठे देख रहे हैं। जदों अगला पासा आया, बेड़ी रुक गई। सतगुरु बेड़े विच उतर के खड़ गए। जदों गऊ नूं उतारन लगा, डरदी होई गऊ ने गोहा कर दिता। जिहड़ा बेड़ी दा मलाह सी उन्हें पैसे ले ले। पैसे लैके उन्हें जिहड़ा गऊ ने गोहा कीता सी वो गोहे नूं चुक्या, उन्हें बेड़ा बन्नता, बन के ते अपने चुल्हे चौंके दे विच फेरन लग गया। सतगुरु उहनूं उपदेश करते हैं, गऊ ब्राह्मण कहो कर लावो, कर कहंदे टैक्स नूं। गऊ दे गोहे नाल तू अपना चुल्हा चौंका पवित्र करता है, नाले तू उहनूं टैक्स लाउणा, उहदे तू पैसे लए। अंदर तेरे पूजा दा है, बाहर तू विखावा कर रहा तुरकां वाला। क्योंकि इस्लाम मत दे विच गऊ नूं मनदे नहीं है, हिंदू मत दे विच गऊ नूं मन्निया जाता है। सतगुरु नूं उपदेश करते हैं, छो डीले पखंडा, ये पंडित जी पखंड छड्ड दिओ। जे गऊ दे पैसे लेने आ, अपना पहरावा बदल, मत्थे तो तिरक ला दे, जनेऊ ला दे, धोती की जगह ते होर कोई कपड़े पा ला। ब्राह्मणों वाला भेस धारण करके
ਤੂੰ ਗਊ ਦੇ ਪੈਸੇ ਲੈ ਕੇ ਫਿਰ ਉਸੇ ਗਊ ਦਾ ਗੋਹਾ ਤੂੰ ਆਪਣੇ ਚੁੱਲ੍ਹੇ ਚੌਕੇ ਵਿੱਚ ਫੇਰ ਕੇ ਆਪਣੇ ਚੁੱਲ੍ਹੇ ਚੌਕੇ ਨੂੰ ਪਵਿੱਤਰ ਕਰਦਾ। ਸਤਿਗੁਰੂ ਕਹਿਣ ਲੱਗੇ ਇਹ ਪਖੰਡ ਹੈ। ਗੁਰੂ ਸਾਹਿਬਾਨ ਨੇ ਪੰਡਿਤ ਜੀ ਨੂੰ ਉਪਦੇਸ਼ ਦਿੱਤਾ। ਉਹ ਸਤਿਗੁਰੂ ਬਾਣੀ ਵਿੱਚ ਲੱਗਦੇ ਨਹੀਂ ਹੈ ਕਿਸੇ ਪੰਡਿਤ ਨਾਲ। ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਪੰਡਿਤ ਦੀ ਉਸਤਤ ਵੀ ਕੀਤੀ ਹੈ। ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਜਿਹੜਾ ਅੰਦਰੋਂ ਬ੍ਰਾਹਮਣ ਹੈ, ਮੈਂ ਇੱਥੇ ਕਈ ਵਾਰੀ ਬੈਠਾ ਸੋਚਦਾ ਹੁੰਦਾ ਵੀ ਕੀ ਅਸੀਂ ਅੰਦਰੋਂ ਸਿੱਖ ਹਾਂ? ਸਿੱਖੀ ਲਿਬਾਸ ਪਹਿਨ ਕੇ, ਗੁਰੂ ਕੇ 5 ਕਕਾਰ ਪਹਿਨ ਕੇ ਅਸੀਂ ਕਿਸੇ ਨਾਲ ਠੱਗੀ ਤਾਂ ਨਹੀਂ ਮਾਰਦੇ? ਜਾਂ ਪੈਸੇ ਦਾ, ਪਾਠ ਦਾ, ਜਾਂ ਕੀਰਤਨ ਦਾ, ਜਾਂ ਹੋਰ ਕਿਸੇ ਚੀਜ਼ ਦਾ ਅਸੀਂ ਮੁੱਲ ਤਾਂ ਨਹੀਂ ਪਾਉਂਦੇ? ਜੇਕਰ ਅਸੀਂ ਗੁਰਬਾਣੀ ਦਾ ਮੁੱਲ ਪਾਉਂਦੇ ਹਾਂ, ਸਤਿਗੁਰੂ ਤਾੜਨਾ ਵੀ ਕਰਦੇ, ਤ੍ਰਿਗ ਤੇ ਨਾ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ, ਖੇਤੀ ਤਿਨ ਕੀ ਉਜੜੀ ਖਲਵਾੜੀ ਕਿਆ ਥਾਉ। ਜਿਨ੍ਹਾਂ ਲੋਕਾਂ ਦੀ ਖੇਤੀ ਉਜੜ ਚੁੱਕੀ ਹੈ ਉਹਨਾਂ ਦੇ ਬੋੜ ਨਹੀਂ ਲੱਗਦੇ। ਬੋੜ ਕਿਹਦੇ ਲੱਗਦੇ? ਜਿਨ੍ਹਾਂ ਨੇ ਖੇਤੀ ਸਾਂਭ ਕੇ ਰੱਖੀ, ਜਿਹੜੀ ਮਰਜ਼ਾਦਾ ਦੇ ਵਿੱਚ ਹੈ। ਹੁਣ ਸਾਡੇ ਕਈ ਸੰਸਥਾਵਾਂ ਇਹੋ ਜਿਹੀਆਂ, ਉਹਨਾਂ ਨੇ ਰੇਟ ਹੀ ਬੜੇ ਮਹਿੰਗੇ ਕਰਤੇ। ਪਾਠੀ ਮਹਿੰਗੇ ਹੋ ਗਏ, ਰਾਗੀ ਮਹਿੰਗੇ ਹੋ ਗਏ। ਗਰੀਬ ਆਦਮੀ ਨਾ ਕੀਰਤਨ ਕਰਵਾ ਸਕਦਾ ਹੈ, ਨਾ ਪਾਠ ਕਰਵਾ ਸਕਦਾ ਹੈ। ਮਾੜੇ ਘਰ ਦੇ ਤਾਂ ਆਨੰਦ ਕਾਰਜ ਨਹੀਂ ਹੁੰਦੇ। ਉਹ ਕਦੇ ਨਹੀਂ ਕੀ ਕਰਨਾ, ਬਾਜੇ ਦੇ ਚੜਾਵਾ ਤੇ ਚੜ੍ਹਨਾ ਨਹੀਂ। ਸਾਡੇ ਲੋਕਾਂ ਦਾ ਕਿੱਤਾ ਬਣ ਗਿਆ। ਜਿੱਥੇ ਕਿੱਤਾ ਬਣ ਗਿਆ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਸਾਰਿਆਂ ਨੂੰ ਕਹਿ ਰਿਹਾ ਮੈਂ, ਜੇਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕਿੱਤਾ ਬਣਾ ਲਿਆ ਤਾਂ ਫਿਰ ਗੁਰੂ ਸਾਹਿਬ ਕਹਿੰਦੇ ਤੁਹਾਡਾ ਪਖੰਡ ਹੈ। ਤੇ ਜੇਕਰ ਤੁਹਾਡਾ ਪ੍ਰੇਮ ਹੈ, ਘਰ ਵਾਲੇ ਨੂੰ ਤਾਂ ਉਪਦੇਸ਼ ਕਰਦੇ, ਤੂੰ ਪ੍ਰੇਮ ਕਰ, ਪਾਠੀ ਸਿੰਘਾਂ ਵਾਸਤੇ ਚੰਗੇ ਭੋਜਨ ਬਣਾ, ਐਸੀ ਸੇਵਾ ਕਰਨੀ, ਐਸੀ ਸੇਵਾ ਕਰਨੀ ਹੈ, ਕੀਰਤਨੀਆ ਜੱਥੇ ਨੂੰ ਕੀਰਤਨ ਭੇਟ ਕਰਨੀ ਆ। ਪਰ ਆਪ ਸਤਿਗੁਰੂ ਤਾੜਨਾ ਕਰਦੇ, ਅਬਰ ਉਪਦੇਸੈ ਆਪ ਨਾ ਕਰੈ। ਉਹ ਕਿੱਤਾ ਕਰਨ ਵਾਲਿਓ, ਮੈਂ ਤੁਹਾਨੂੰ ਕਹਿਣਾ, ਅਬਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜੰਮਣ ਮਰਨ ਇਹਨਾਂ ਲੋਕਾਂ ਵਾਸਤੇ ਹੈਗਾ। ਜਿਹੜੇ ਲੋਕ ਪਾਠ ਨੂੰ ਕਿੱਤਾ ਬਣਾ ਕੇ ਬੈਠੇ ਆ, ਕੀਰਤਨ ਨੂੰ ਕਿੱਤਾ ਬਣਾ ਕੇ ਬੈਠੇ ਆ। ਮੇਰਾ ਇੱਕ ਦੋਸਤ ਰਾਗੀ ਸੀ, ਉਹ ਮੈਨੂੰ ਕਹਿੰਦਾ ਬਾਬਾ ਜੀ ਸਾਡੀ ਬਿਰਤੀ ਬਹੁਤ ਉੱਚੀ ਹੋ ਗਈ। ਮੈਂ ਉਹਨੂੰ ਹੱਸਣ ਲੱਗ ਗਿਆ। ਇੰਗਲੈਂਡ ਦੇ ਵਿੱਚ ਵੇਖੋ ਬਿਰਤੀ ਕਿਸ ਤਰ੍ਹਾਂ ਉੱਚੀ ਹੋ ਗਈ। ਕਹਿੰਦਾ ਪੁੱਛੋ ਨਾ, ਸਾਡੀ ਜਿਹੜੀ ਬਿਰਤੀ ਆ ਬਹੁਤ ਉੱਚੀ ਆ। ਤੁਸੀਂ ਤਾਂ ਸਾਧੂ ਸੰਤ ਜਿਹੜੇ ਹੈਗੇ ਆ ਕੁਛ ਵੀ ਨਹੀਂ ਹੈ, ਸਾਡੀ ਬਿਰਤੀ ਜ਼ਿਆਦਾ ਉੱਚੀ ਆ। ਮੈਂ ਕਿਹਾ ਫਿਰ ਵੀ ਕਿਸ ਤਰ੍ਹਾਂ? ਕਹਿੰਦਾ ਬਾਬਾ ਜੀ ਕੀਰਤਨ ਕਰਦੇ ਕਰਦੇ ਅਸੀਂ ਫਿਰ ਝਾਕਦੇ ਹਾਂ, ਉੱਥੇ ਲਾਈਨ 'ਚ ਲੱਗ ਕੇ ਮੱਥਾ ਟੇਕਦੇ ਆ। ਕਹਿੰਦਾ ਜੇਬ ਦੇ ਵਿੱਚੋਂ ਨੱਕ ਸਾਫ਼ ਕਰਨ ਵਾਸਤੇ ਕੋਈ ਬੰਦਾ ਰੁਮਾਲ ਕੱਢਦਾ ਨਾ, ਸਾਡੇ ਮਨ ਦੇ ਵਿੱਚ ਜਦ ਇਹੀ ਹੁੰਦੀ ਵੀ ਨੇ ਆ ਜੇਬ 'ਚ ਹੱਥ ਪਾਇਆ ਅਤੇ ਸਾਡਾ ਪੌਂਡ ਖਰਾ ਹੋ ਗਿਆ। ਬਾਬਾ ਜੀ ਸਾਡੀ ਬਿਰਤੀ ਬਹੁਤ ਉੱਚੀ ਹੋ ਗਈ। ਮੈਂ ਉਹਨੂੰ ਹੱਸਣ ਲੱਗ ਗਿਆ। ਮੈਂ ਕਿਹਾ ਆਪਦੀ ਬਿਰਤੀ ਤੂੰ ਆਪਦੇ ਕੋਲ ਹੀ ਰੱਖ, ਇਹ ਤੈਨੂੰ ਸੌਂਦੀ ਆ। ਮੈਂ ਬੇਨਤੀ ਕਰ ਰਿਹਾ ਸੀਗਾ ਵੀ ਇਹ ਜਿਹੜਾ ਸਾਡੇ ਵਿੱਚ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਗਿਰਾਵਟ ਆ ਚੁੱਕੀ ਆ।
जितनी देर तक असी गुरु घर दे विच कोई सेवा नहीं करते, कोई झाड़ू नहीं फेरते। कनेडा दे विच मैं देखिया उत्थे बजुर्ग जिहड़े बैठे होंदे फोन करते आ, वो आ गुरुद्वारे की बनिया पुछ लो। जो तो लंगर दे विच सोहणियां चीज़ां कोई बणियां होईयां, उस गुरुद्वारे नूं चले जाते, फ्री बस, फ्री जाना फ्री आउणा, उत्थे बस चढ़ के चले जाते। चंगी रोटी आ भी इन्हां गुरुद्वारे वालियां दी। जिद्दां होटल दे उत्ते असीं आपां ਉਹ मैनू देखते हैं, मैनू देख के भी आ चीज़ चंगी आ भी आ करो। उस तरह साढ़े गुरुद्वारे के भी मैनू बने हुए आ भी इत्थे जी आ चीज़ होऊ, सलाद आ होऊगा, आ चीज़ होऊगा। कैनेडा दे विच मैं तो फिर गुरुद्वारियां विच जाना ही छड्डता भी आपां जाना ही नहीं। जिहड़ी संगत आ उत्थे घरे ही आ जाती सी ते घरे उत्थे बैठ के बचन बलास चल पैंदे सी। बेनती कर रहा सी मैं, एक बार कलगीधर पातशाह श्री आनंदपुर साहिब दे विच गुरु साहब कौतक वरता रहे सी। हुक्म करता भी जो कुछ भी हैगा अन्न दाना तोसा खाना असला देखो वाधू, खजाने विचों पैसा देखो वाधू। सतगुरु कहण लगे पूजा का धान है, सतरों भी सुट के आओ। हुक्म करता। हुक्म दे बद्धे जिहड़ा सेवादार हुंदा ना, हुक्म दा बद्धा हुंदा, उन्होंने कोई हार लाभ नहीं हुंदा, नफा नुकसान नहीं हुंदा। नफा नुकसान तो मालिक दा है, उन तो हुक्म भजाउणा। हुक्म हो गया, सारा कुछ जिन्ना आटा दाना सी सारा कुछ चक लिया, सतलुज विच सुट्टता। मसंद भज्जे आए माता जी कोले। माता जी कहर हो गया। माता गुजरी जी कहने लगे दसो तो सही की कहर हो गया। कहने लगे महाराज ने सारा कुछ सतलुज दे विच सुटवाता, अपने सिखां नूं नहीं दिता। माता जी कहने लगे लाल जी जदों शामां नूं घरे आउणगे उदों मैं पुछ लूगी, दरबार दे विच तां मैं जा नहीं सकती, ना माता जी नूं ना महिला नूं दरबार दे विच जाण दा हुक्म नहीं सी। इत्थे आ मूर्तियां दे विच भगवान कृष्ण जी नाल वो माता राधा नूं विखांदे आ, जां महाराज रामचंद्र जी नाल माता सीता नूं दिखांदे आ। ये नहीं नहीं, छतरी मर्यादा है, इस्त्री राज सभा दे विच नहीं जा सकती। माता जी कहने लगे मैं शाम नूं पुछ लूं। गुरु साहिबां दे तीसरे महल माता साहिब कौर जी उदों गए जदों गुरु का हुक्म होया भी तू आ, मैं अमृत दा बाटा तैयार कर लिया। माता जी फिर खाली हथ नहीं गए ते झोली दे विच पतासे पा के लैके गए। वो पतासे फिर अमृत दे विच पाए कि मेरे बच्चों नूं नफरत दा अमृत नहीं, किसी आपस में लड़के ना मर जाण। तो साढ़े तो हुण लड़ाइयां ही बड़ियां हो रही, वो कहंदा मैं बड़ा, वो कहंदा मैं बड़ा। माता जी ने तो पतासे पाए सी भी ये मिठा जल छकणगे, शांति नाल प्यार नाल सिख आपस में रल के रहणगे। ते कलगीधर ने माता साहिब कौर दी झोली दे विच सिख पंथ पाया। पिता दशमेश
ਮਾਤਾ ਸਾਹਿਬ ਕੌਰ। ਮੈਂ ਬੇਨਤੀ ਕਰ ਰਿਹਾ ਸੀ, ਜਦੋਂ ਫਿਰ ਮਸੰਦ ਨੇ ਆ ਕੇ ਮਾਤਾ ਜੀ ਕੋਲ ਬੇਨਤੀ ਕੀਤੀ, ਮਾਤਾ ਜੀ ਤੁਸੀਂ ਪੁੱਛੋ ਤਾਂ ਸਹੀ। ਸ਼ਾਮਾਂ ਨੂੰ ਜਦੋਂ ਕਲਗੀਧਰ ਪਾਤਸ਼ਾਹ ਦਰਬਾਰ ਦੇ ਵਿੱਚ ਉੱਠ ਕੇ ਘਰੇ ਆਏ, ਗੁਰੂ ਕੇ ਮਹਿਲਾਂ ਦੇ ਵਿੱਚ, ਪਹਿਲਾਂ ਮਾਤਾ ਜੀ ਨੂੰ ਮਿਲਦੇ ਸੀ। ਅੱਜ ਕੱਲ੍ਹ ਤਾਂ ਹੁਣ ਮਾਈਆਂ ਨੂੰ ਪੁੱਛਦਾ ਹੀ ਨਹੀਂ ਕੋਈ ਵੀ, ਕਿਹੜੀ ਹੈ ਕਿਹੜੀ ਨਹੀਂ ਹੈ। ਪਹਿਲਾਂ ਮਾਤਾ ਜੀ ਕੋਲ ਬੈਠ ਕੇ ਮਾਤਾ ਜੀ ਫਿਰ ਆਗਿਆ ਦਿੰਦੇ ਸੀ ਵੀ ਗਾਂ ਤੂੰ ਚਲਿਆ ਜਾ ਮਹਿਲਾਂ ਕੋਲੇ। ਮਾਤਾ ਜੀ ਪੁੱਛਣ ਲੱਗੇ, ਲਾਲ ਜੀ ਮੈਂ ਕੀ ਸੁਣਦੀ ਹਾਂ? ਕਹਿਣ ਲੱਗੇ ਦੱਸੋ ਮਾਤਾ ਜੀ। ਕਹਿੰਦੇ ਸਾਰਾ ਕੁਝ ਤੂੰ ਸਤਲੁਜ ਦੇ ਵਿੱਚ ਸੁੱਟਵਾਤਾ। ਕਲਗੀਧਰ ਪਾਤਸ਼ਾਹ ਕਰਨ ਲੱਗੇ ਹਾਂ। ਕਹਿੰਦੀ ਵੀ ਸਿੱਖਾਂ ਨੂੰ ਦੇਣ ਦਾ। ਸਿੱਖ ਭੁੱਖੇ ਮਰਦੇ ਆ, ਸਿੱਖਾਂ ਨੂੰ ਦੇਣ ਦਾ। ਕਹਿਣ ਲੱਗੇ ਮਾਤਾ ਜੀ ਤੁਸੀਂ ਮੈਨੂੰ ਜ਼ਹਿਰ ਦੇ ਸਕਦੇ ਆ? ਕਹਿਣ ਲੱਗੇ ਨਹੀਂ। ਫਿਰ ਮੈਂ ਆਪਣੇ ਪੁੱਤਰਾਂ ਨੂੰ ਕਿਸ ਤਰ੍ਹਾਂ ਜ਼ਹਿਰ ਦੇ ਦੇਵਾਂ? ਇਹ ਪੂਜਾ ਦਾ ਧਾਨ ਜ਼ਹਿਰ ਹੈ। ਇਹ ਪੂਜਾ ਦਾ ਧਾਨ ਜ਼ਹਿਰ ਹੈ। ਮੈਂ ਇਸ ਵਜ੍ਹਾ ਕਰਕੇ ਜੇ ਮੇਰੇ ਸਿੱਖਾਂ ਨੇ ਪੂਜਾ ਦਾ ਧਾਨ ਖਾ ਲਿਆ, ਇਹਨਾਂ ਦੀ ਬੁੱਧੀ ਭ੍ਰਸ਼ਟ ਹੋ ਜਾਊਗੀ। ਗੁਰਦੁਆਰੇ ਦੀਆਂ ਰੋਟੀਆਂ 3 ਕੰਮ ਕਰੇ, ਮੱਤ ਮਾਰਨ, ਹੱਡ ਗਾਲਣ, ਉਦਮ ਰਹਿਣ ਨਾ ਦੇਣ। ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕੋ, ਕੋਈ ਸੇਵਾ ਕਰਕੇ ਛਕੋ। ਗੁਰੂ ਕਾ ਹੁਕਮ ਹੈ। ਕੰਮ ਤੁਸੀਂ ਆਪਦਾ ਕਰੋ, ਪ੍ਰਸ਼ਾਦਾ ਤੁਸੀਂ ਲੰਗਰ ਦਾ ਛਕੋ। ਇਹ ਮਰਜ਼ਾਦਾ ਨਹੀਂ ਹੈ, ਇਹ ਗੁਰੂ ਘਰ ਦੀ ਮਰਜ਼ਾਦਾ ਨਹੀਂ ਹੈ। ਇੱਕ ਵਾਰ ਦਾ ਜ਼ਿਕਰ ਹੈ, ਦਿੱਲੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗਿਆ। ਇੱਕ ਬੰਦੇ ਨੇ ਗੁਰੂ ਸਾਹਿਬਾਂ ਨੂੰ ਮੱਥਾ ਟੇਕਣ ਦੀ ਬਜਾਏ, ਉਹ 5 ਰੁਪਈਏ ਉਦੋਂ ਬਹੁਤ ਹੁੰਦੇ ਸੀਗੇ, ਉਹ ਪ੍ਰਧਾਨ ਨੂੰ ਮੱਥਾ ਟੇਕਤੇ ਸਟੇਜ 'ਤੇ ਬੈਠੇ ਨੂੰ। ਉਹ ਕਹਿਣ ਲੱਗਾ, ਉਹ ਗੁਰਮੁਖਾ, ਉਹ ਗੁਰਮੁਖਾ, 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 ਇਹ 5 ਰੁਪਈਏ ਇੱਧਰ ਨਹੀਂ, ਉੱਧਰ 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 ਮੱਥਾ ਟੇਕੋ, ਉੱਧਰੋਂ। ਕਹਿਣ ਲੱਗੇ ਜੀ ਉੱਧਰੋਂ ਵੀ ਤਾਂ ਤੁਹਾਡੇ ਜੇਬ 'ਚ ਆਉਣੇ ਆ। ਮੈਂ ਕਿਹਾ ਆਪਾਂ ਸਿੱਧਾ ਡਾਇਰੈਕਟ ਕਰ ਦਿੰਦੇ ਹਾਂ। ਸਾਡੇ ਸਿੱਖ ਮਤ ਇਹਦੇ ਵਿੱਚ ਬਹੁਤ ਲੋਕਾਂ ਦੀ ਬੁੱਧੀ ਭ੍ਰਸ਼ਟ ਹੋ ਚੁੱਕੀ ਹੈ। ਮੈਂ ਤੁਹਾਨੂੰ ਦੱਸਦਾ ਵੀ ਪੂਜਾ ਦਾ ਧਾਨ ਕੀ ਹੁੰਦਾ। ਇੱਥੇ ਰਾਮ ਰਾਜ ਦਾ ਬੜਾ ਰੌਲਾ ਪੈ ਰਿਹਾ, ਸਰਕਾਰ ਵੀ ਕਰ ਰਹੀ ਹੈ ਅਸੀਂ ਰਾਮ ਰਾਜ ਕਰ ਦੇਣਾ। ਰਾਮ ਰਾਜ ਇੱਦਾਂ ਨਹੀਂ, ਗੱਲੀ ਬਾਤੀ ਰਾਮ ਰਾਜ ਨਹੀਂ ਹੈ। ਰਾਮ ਰਾਜ ਜਿਹੜਾ ਸੀਗਾ ਉਹਦੇ ਵਿੱਚ 84 ਲੱਖ ਜੂਨੀਆਂ ਆਪਣੀ ਪੁਕਾਰ ਕਰ ਸਕਦੀਆਂ ਸੀ, ਅਤੇ ਮੇਰੇ ਨਾਲ ਧੱਕਾ ਹੋਇਆ। ਇੱਕ ਕੁੱਤੇ ਨੇ ਪੁਕਾਰ ਕੀਤੀ ਵੀ ਇੱਕ ਸਾਧੂ ਨੇ ਮੇਰੇ 2 ਸੋਟੀਆਂ ਮਾਰੀਆਂ। ਸਾਧੂ ਨੂੰ ਤਲਬ ਕਰ ਲਿਆ ਜੱਜ ਨੇ ਵੀ ਤੂੰ ਇਹਦੇ ਸੋਟੀਆਂ ਮਾਰੀਆਂ। ਕਹਿੰਦਾ ਜੀ ਮੈਨੂੰ ਭੌਂਕਿਆ, ਮੈਂ ਇਹਦੀ ਸੋਟੀ ਮਾਰੀ। ਕਹਿੰਦਾ ਫੇਰ ਕਰਨ ਲੱਗਾ ਜੀ ਮੈਂ ਪਿੰਡੋਂ ਪ੍ਰਸ਼ਾਦਾ ਲੈ ਕੇ ਆ ਰਿਹਾ ਸੀਗਾ ਮੰਗ ਕੇ, ਅਤੇ ਇਹ ਫੇਰ ਮੈਨੂੰ ਭੌਂਕਿਆ, ਮੈਂ ਫੇਰ ਇਹਦੀ ਸੋਟੀ ਮਾਰੀ। ਸਾਧੂ ਇਕਬਾਲ ਹੋ ਗਿਆ। ਉਹ ਕੁੱਤਾ ਕਹਿਣ ਲੱਗਾ ਜੱਜ ਨੂੰ, ਮੈਂ ਜੀ ਕਹਿੰਦਾ ਇਹਨੂੰ ਤਾਂ ਭੌਂਕਿਆ ਸੀ ਵੀ ਤੂੰ ਰੱਬ ਦਾ ਕੰਮ ਨਹੀਂ ਕਰਦਾ, ਰੱਬ ਦਾ ਨਾਮ ਨਹੀਂ ਜਪਦਾ। ਜੇ ਰੱਬ ਦਾ ਕੰਮ ਕਰੇ, ਰੱਬ ਦੀ ਭਗਤੀ ਕਰੇ, ਤੈਨੂੰ ਬੈਠੇ ਬਿਠਾਏ ਨੂੰ ਭੋਜਨ ਆਊਗਾ। ਤੈਨੂੰ ਰੱਬ 'ਤੇ ਯਕੀਨ ਨਹੀਂ, ਤੂੰ ਰੱਬ ਦਾ ਕੰਮ ਕਰਦਾ ਹੋਵੇਂ, ਜੱਟ ਦਾ ਸਾਂਝੀ ਖੇਤ ਦੇ ਵਿੱਚ ਕੰਮ ਕਰਦਾ ਹੋਵੇ, ਜੱਟ ਆਪਦੇ ਘਰ ਲਈ ਨੂੰ ਵੀ ਗਾਲਾਂ ਕੱਢ ਦਿੰਦਾ ਵੀ ਸਮੇਂ ਸਿਰ ਉਹਨੂੰ ਰੋਟੀ ਕਿਉਂ ਨਹੀਂ ਭੇਜੀ। ਤੈਨੂੰ ਜਿਹੜਾ ਇਹ ਤੈਨੂੰ ਰੱਬ 'ਤੇ ਯਕੀਨ ਨਹੀਂ, ਭਰੋਸਾ ਨਹੀਂ ਹੈ।
ਯਕੀਨ ਭਰੋਸਾ ਹੈ ਬਾਬੇ ਨਾਨਕ ਸਿੰਘ ਨੂੰ। ਅੱਜ ਨਾਨਕਸਰ ਦੇ ਵਿੱਚ ਇੱਕ ਨਾਨਕਸਰ ਨਹੀਂ, ਸਾਰੀ ਤਕਰੀਬਨ ਭੋਜਨ ਪੱਕਿਆ ਪਕਾਇਆ ਆ ਰਿਹਾ। ਉਹਨਾਂ ਨੂੰ ਬਿੰਗਮਨ ਹੁਕਮ ਹੈ ਵੀ ਤੁਸੀਂ ਰੱਬ ਦਾ ਨਾਮ ਜਪੋ ਤੇ ਤੁਹਾਨੂੰ 36 ਪਦਾਰਥ ਹੋਣਗੇ। ਚਲ ਮੈਂ ਇੱਧਰ ਨਾ ਜਾਂਦਾ ਹੋਇਆ, ਕੁੱਤਾ ਕਹਿਣ ਲੱਗਾ ਜੀ ਮੈਨੂੰ ਭੌਂਕਿਆ ਨੇ ਮੇਰੀ ਸੋਟੀ ਮਾਰੀ। ਮਹਾਤਮਾ ਜੀ ਕਹਿਣ ਲੱਗੇ ਜੀ ਮੈਨੂੰ ਪਤਾ ਨਹੀਂ ਲੱਗਿਆ। ਜਿੱਥੇ ਰਾਮ ਰਾਜ ਦੀਆਂ ਗੱਲਾਂ ਕਰਦੇ, ਗੱਲਾਂ ਨਾਲ ਹੀ ਰਾਮ ਰਾਜ ਤਾਂ ਇਹੋ ਜਿਹਾ ਸੀ, 84 ਲੱਖ ਜੂਨ ਜਿਹੜੇ ਜੱਜ ਹੁੰਦੇ ਸੀ ਸਾਰੀ ਉਹ ਬੋਲੀਆਂ ਜਾਣਦੇ ਸੀ, ਕੁੱਤਿਆਂ ਦੀ, ਬਿੱਲਿਆਂ ਦੀ, ਸਾਰਿਆਂ ਦੀ ਬੋਲੀ, ਸਾਰੀਆਂ ਜੂਨਾਂ ਪੁਕਾਰ ਕਰ ਸਕਦੀਆਂ ਸੀ। ਕਹਿਣ ਲੱਗਾ ਜੀ ਜਦੋਂ ਇਹ ਫੇਰ ਮੁੜ ਕੇ ਆਇਆ ਰੋਟੀ ਲੈ ਕੇ, ਇਹ ਫੇਰ ਇਹਨੇ ਸੋਟੀ ਮਾਰੀ ਮੇਰੀ। ਕਹਿਣ ਲੱਗਾ ਜੀ ਇਹ ਫੇਰ ਭੌਂਕਿਆ। ਕੁੱਤਾ ਕਹਿਣ ਲੱਗਾ ਜੀ ਮੈਂ ਇਹਨੂੰ ਕਿਹਾ ਸੀਗਾ ਵੀ ਤੂੰ ਆਪਦੀ ਕੁੱਲੀ ਦਾ ਮਾਣ ਕਰਦਾ, ਜਾਇਦਾਦ ਦਾ ਮਾਣ ਕਰਦਾ, ਮੈਂ ਕੁੱਲੀ 'ਚ ਬੈਠ ਕੇ ਭੋਜਨ ਤੱਤਾ ਕਰਕੇ ਖਾਊਂਗਾ। ਜਿੱਥੋਂ ਮਿਲਿਆ ਸੀ ਉੱਥੇ ਹੀ ਬਹਿ ਕੇ ਖਾ ਕੇ ਉੱਠ ਆਉਂਦਾ। ਤੂੰ ਸਾਧੂ ਨਹੀਂ ਹੈ, ਤੂੰ ਜੀਭ ਦੇ ਸਵਾਦਾਂ ਮਗਰ ਤੁਰਿਆ ਫਿਰਦਾ। ਕਹਿਣ ਲੱਗਾ ਜੀ ਇਹਨੇ ਸੋਟੀ ਮਾਰੀ ਮੇਰੀ। ਉਹ ਕਹਿਣ ਲੱਗਾ ਜੀ ਇਹ ਮੈਨੂੰ ਭੌਂਕਿਆ ਸੀ, ਮੈਂ ਤਾਂ ਸੋਟੀ ਮਾਰੀ। ਫਿਰ ਕੁੱਤੇ ਨੂੰ ਪੁੱਛਦਾ ਜੱਜ ਵੀ ਇਹਨੂੰ ਰਾਮ ਰਾਜ ਦੀ ਮੈਂ ਗੱਲ ਕਰ ਰਿਹਾ। ਕੁੱਤੇ ਨੂੰ ਪੁੱਛਦਾ ਜੱਜ ਵੀ ਇਹਨੂੰ ਸਜ਼ਾ ਕੀ ਦੇਈਏ। ਕਹਿਣ ਲੱਗਾ ਜੀ ਇਹਨੂੰ ਮੰਦਰ ਦਾ ਪੁਜਾਰੀ ਬਣਾਓ। ਜਿੱਦਾਂ ਆਪਣੇ ਗੁਰਦੁਆਰਿਆਂ 'ਚ ਗ੍ਰੰਥੀ ਹੁੰਦੇ ਆ, ਮਸੀਤਾਂ 'ਚ ਮੁੱਲਾ ਹੁੰਦੇ ਆ, ਚਰਚਾਂ ਵਿੱਚ ਪਾਦਰੀ ਹੁੰਦੇ ਆ। ਜੱਜ ਕਹਿਣ ਲੱਗੇ ਇਹ ਕੋਈ ਸਜ਼ਾ ਕੁੱਤੇ ਨੂੰ ਕਹਿੰਦਾ। ਕਹਿਣ ਲੱਗਾ ਜੀ ਬਹੁਤ ਵੱਡੀ ਸਜ਼ਾ ਹੈ। ਕਹਿਣ ਲੱਗਾ ਪਿਛਲੇ ਜਨਮ ਦੇ ਵਿੱਚ ਮੈਂ ਪ੍ਰਭੂ ਦਾ ਭਗਤ ਸੀ, ਮੈਂ ਹਰ ਰੋਜ਼ ਉੱਠ ਕੇ ਜਾਣਾ, ਆਰਤੀ ਦੇ ਟਾਈਮ ਆਰਤੀ ਹੋ ਰਹੀ ਸੀ, ਪੰਡਿਤ ਜੀ ਥਾਲੀ ਘੁਮਾ ਰਿਹਾ ਸੀ। ਕਹਿਣ ਲੱਗੇ ਫਿਰ ਇੱਕ ਦੀਵਾ ਵਿੱਚੋਂ ਡਿੱਗ ਪਿਆ। ਮੈਂ ਉੱਠਿਆ, ਉੱਠ ਕੇ ਕਾਹਲੀ ਨਾਲ ਉਹ ਘਿਓ ਵਿੱਚ ਪਾ ਕੇ ਦੀਵਾ ਉਸੇ ਤਰ੍ਹਾਂ ਚਲਾ ਕੇ ਦਬਾ ਦਬ ਥਾਲੀ ਦੇ ਵਿੱਚ ਰੱਖ ਦਿੱਤਾ ਵੀ ਆਰਤੀ ਵਿੱਚ ਕੋਈ ਵਿਘਨ ਨਾ ਪਵੇ। ਆਰਤੀ ਹੋ ਚੁੱਕੀ, ਮੈਂ ਘਰੇ ਆ ਗਿਆ। ਘਰ ਵਾਲੀ ਨੇ ਭੋਜਨ ਤਿਆਰ ਕੀਤਾ, ਗਰਮ ਗਰਮ ਭੋਜਨ ਮੇਰੇ ਵਾਸਤੇ ਜੋ ਤਿਆਰ ਕੀਤਾ। ਮੇਰੇ ਨੌਹਾਂ ਦੇ ਵਿੱਚ ਉਹ ਜੋਤਾਂ ਦਾ ਘਿਓ ਲੱਗਿਆ ਰਹਿ ਗਿਆ। ਜੱਜ ਕਰਨ ਲੱਗਾ ਫਿਰ ਬਈ। ਕਹਿਣ ਲੱਗਾ ਜੀ ਉਹ ਜੋਤਾਂ ਦਾ ਘਿਓ ਮੇਰੇ ਅੰਦਰ ਚਲਿਆ ਗਿਆ। ਉਹ ਜੋਤਾਂ ਦਾ ਘਿਓ ਮੇਰੇ ਅੰਦਰ ਜਾਣ ਨਾਲ ਮੈਨੂੰ ਕੁੱਤੇ ਦੀ ਜੂਨੀ ਵਿੱਚ ਆਉਣਾ ਪੈ ਗਿਆ। ਕਹਿਣ ਲੱਗੇ ਜੱਜ ਕਹਿਣ ਲੱਗਾ ਵੀ ਸੰਤ ਜੀ ਨੂੰ, ਸੰਤ ਜੀ ਮਹਾਰਾਜ ਉਹਨੇ ਤਾਂ ਇਹ ਕਿਹਾ। ਉਹ ਕਹਿੰਦਾ ਕਿੰਨੇ ਜਨਮ? ਕਹਿਣ ਲੱਗਾ ਜੀ ਇਹਦੇ ਜਨਮ ਸਾਰੇ ਭ੍ਰਿਸ਼ਟ ਰਹਿਣਗੇ। ਇਹਨੇ ਜੋਤਾਂ ਦਾ ਘਿਓ ਪੂਜਾ ਦਾ ਧਾਨ ਖਾਣੋਂ ਹਟਣਾ ਨਹੀਂ। ਮੰਦਰ ਦੇ ਵਿੱਚ, ਗੁਰਦੁਆਰੇ ਵਿੱਚ ਜਾਂ ਚਰਚਾਂ ਵਿੱਚ ਜਾਂ ਇੱਧਰ ਮਸੀਤਾਂ ਦੇ ਵਿੱਚ ਇਹ ਪੂਜਾ ਦਾ ਧਾਨ ਹੈ। ਜੇ ਖਾਣਾ ਪ੍ਰਸ਼ਾਦ ਘਰੋਂ ਰੱਜ ਕੇ ਜਾਓ, ਪ੍ਰਸ਼ਾਦ ਸਮਝ ਕੇ ਚੌਥਾ ਹਿੱਸਾ ਪ੍ਰਸ਼ਾਦੇ ਦਾ ਲੈ ਕੇ ਤੁਸੀਂ ਖਾ ਲਓ। ਇਹ ਗੁਰੂ ਕਾ ਲੰਗਰ ਦਾ ਲੰਗਰ ਤਾਂ ਇਹ ਕਿਹੜਾ ਗੁਰੂ ਸਾਹਿਬਾਂ ਨੂੰ ਭੋਗ ਲਵਾਉਂਦੇ ਆ। ਦਰਬਾਰ ਸਾਹਿਬ ਸਵੇਰੇ ਮੈਂ ਸੁਣਦਾ ਹੁੰਦਾ, ਉਹ ਸਾਰਾ ਕੁਝ ਕਰਨਗੇ, ਕੀਰਤਨ ਵੀ ਕਰਨਗੇ, ਗੁਰੂ ਸਾਹਿਬ ਪ੍ਰਗਟ ਹੈ। ਪ੍ਰਗਟ ਗੁਰਾਂ ਕੀ ਦੇਹ ਕਰਕੇ ਕੀਰਤਨ ਸੁਣਾਉਂਦੇ ਆ, ਪ੍ਰਗਟ ਗੁਰਾਂ ਕੀ ਦੇਹ ਕਰਕੇ ਅਰਦਾਸ ਕਰਦੇ ਆ। ਸਤਿਨਾਮ ਵਾਹਿਗੁਰੂ ਦਾ ਹੋਕਾ ਦੇ ਕੇ ਪਾਲਕੀ 'ਚ ਬਿਠਾ ਕੇ ਸਤਿਗੁਰੂ ਨੂੰ ਲੈ ਕੇ ਆਉਂਦੇ ਆ।
ਵੀ ਪ੍ਰਗਟ ਗੁਰਾਂ ਕੀ ਦੇਹ ਹੈ, ਇਹ ਆ ਰਹੇ ਆ। ਤੇ ਜਿੱਥੇ ਆ ਗਿਆ ਪ੍ਰਸ਼ਾਦ, ਫਿਰ ਕਹਿਣਗੇ ਜੀ ਇਹ ਪ੍ਰਸ਼ਾਦ ਦਾਰ ਆਇਆ, ਪ੍ਰਸ਼ਾਦ ਸਾਧ ਸੰਗ ਦੀ ਰਸਨੀ ਲੈਕ ਹੋ ਗਈ। ਉੱਥੇ ਰੱਬ ਦੀ ਪੁੱਛ-ਗਿੱਛ ਨਹੀਂ, ਤੂੰ ਪ੍ਰਗਟ ਨਹੀਂ ਹੈ, ਤੂੰ ਗੁਪਤੀ ਹੈ। ਜਿਹੜਾ ਗੁਪਤ ਹੁੰਦਾ ਉਹ ਖਾਂਦਾ ਨਹੀਂ, ਜਿਹੜਾ ਪ੍ਰਗਟ ਗੁਰਾਂ ਕੀ ਦੇਹ ਆ ਉਹ ਖਾਂਦਾ ਹੈ। ਹੁਣ ਤੱਤਾ ਠੰਡਾ ਵੀ ਲੱਗਦਾ, ਪ੍ਰਗਟ ਹੈ ਨਾ। ਹੁਣ ਤੁਸੀਂ ਪ੍ਰਗਟ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਤੁਸੀਂ ਗੁਪਤ ਮੰਨਣਾ, ਇਹ ਤੁਹਾਡੀ ਅਵਸਥਾ ਹੈ। ਤੁਸੀਂ ਕਿਸ ਤਰ੍ਹਾਂ ਮੰਨ ਰਹੇ ਆ, ਪਰ ਗੁਰੂ ਕਾ ਹੁਕਮ ਤਾਂ ਇਹੀ ਹੈ। ਕਲਗੀਧਰ ਦੇ ਬਚਨ ਨੂੰ ਗਿਆਨੀ ਗਿਆਨ ਸਿਓ ਨੇ ਇਹ ਫਿਰ ਲਿਖਤ ਦੇ ਵਿੱਚ ਲੈ ਕੇ ਆਂਦਾ। ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਮੰਨਣਾ ਕਿਸ ਤਰ੍ਹਾਂ? ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਯਾ ਕਾ ਹਿਰਦਾ ਸੁਧ ਹੈ, ਖੋਜ ਸ਼ਬਦ ਮੈਂ ਲੈ। ਅੱਜ ਬਸ ਇੰਨਾ ਹੀ, ਬਾਕੀ ਫਿਰ ਸਹੀ।